ਵਾਹਿਗੁਰੂ ਜੀਓ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਅਗਨ ਮਹੈ ਹੋਮਤ ਪ੍ਰਾਨ, ਕਨਕ ਅਸਭ ਹੈਵਰ ਭੂਮ ਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ। ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨ ਜਾਵੈ। ਹਰ ਕੇ ਨਾਮ ਸਮਸਰ ਕਛ ਨਾਹੈ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨ ਸਿਆਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਭੂ ਨ ਵਿਖਿਆ ਟਰੈ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਸਤਿਗੁਰਾਂ ਦੇ ਬਖਸ਼ਾਏ ਹੋਏ ਬਖਸ਼ੀ ਹੋਈ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ, ਆਪ ਜੀ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਆਪਣੀ ਹਕੀਰ ਬੁੱਧੀ ਦੁਆਰਾ ਸੁਖਮਨੀ ਸਾਹਿਬ ਜੀ ਦੀ ਅਗਲੀ ਵਿਚਾਰ ਹਾਜ਼ਰ ਹੈ। ਉਮੀਦ ਹੈ ਆਪ ਜੀ ਕਬੂਲ ਕਰੋਗੇ। ਜੋ ਗੁਰੂ ਦਾ ਖਿਆਲ ਹੈ ਉਹ ਰੱਖ ਲਿਓ, ਜੋ ਦਾਸ ਵੱਲੋਂ ਕੋਈ ਖਿਆਲ ਹੋਵੇ ਤਾਂ ਉਹਨੂੰ ਛੱਡ ਦਿਓ। ਗੁਰੂ ਮਹਾਰਾਜ ਪੰਚਮ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ। ਕਹਿੰਦੇ ਬਹੁਤ ਸਾਰੇ ਗ੍ਰੰਥ ਭਾਈ, ਸਿਮਰਤੀਆਂ ਸ਼ਾਸਤਰ ਸਭ ਪੜ੍ਹ ਕੇ ਦੇਖੇ, ਟੋਲ ਕੇ ਦੇਖ ਲਏ, ਢੰਡੋਲ ਲਏ। ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਹਰੀ ਦੇ ਨਾਮ ਦੇ ਬਰਾਬਰ ਜਿਹੜਾ ਕਿ ਅਮੁੱਲ ਹੈ, ਬੇਸ਼ਕੀਮਤੀ ਹੈ, ਉਹਦੇ ਬਰਾਬਰ ਕੋਈ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਵੀ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਜਿੰਨੇ ਵੀ ਵੇਦ ਸ਼ਾਸਤਰ ਹੈ ਸਭ ਨਾਮ ਦੇ ਆਸਰੇ ਹੈ। ਇਹਨਾਂ ਦੇ ਨਾਲੋਂ ਜੇ ਸਾਨੂੰ ਨਾਮ ਦੇ ਉੱਤੇ ਟੇਕ ਆ ਜਾਏ ਤਾਂ ਉਹ ਬਹੁਤ ਉੱਚੀ ਬਾਤ ਹੈ। ਗੁਰਬਾਣੀ ਵਿਚਾਰ ਕੇ, ਪੜ੍ਹ ਕੇ, ਸੁਣ ਕੇ, ਕਥਾ ਕਰਕੇ, ਕੀਰਤਨ ਕਰਕੇ ਜੇ ਸਾਡੀ ਨਾਮ ਪਰ ਟੇਕ ਆ ਜਾਏ, ਉਹ ਅਮੁੱਲਕ ਬਾਤ ਹੈ ਬਖਸ਼ਿਸ਼ ਦੀ ਬਾਤ। ਕਿਉਂਕਿ ਗੁਰਬਾਣੀ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ, ਤਾਂ ਹੀ ਜਾ ਕੇ ਸਾਡਾ ਨਾਮ ਨਾਲ ਵਾਸਤਾ ਪੈਂਦਾ, ਨਹੀਂ ਤਾਂ ਅਸੀਂ ਬਸ ਬਾਹਰ ਪੜ੍ਹਨ ਸੁਣਨ ਤੱਕ ਹੀ ਮਹਿਦੂਦ ਰਹਿ ਜਾਂਦੇ। ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ। ਜਿੰਨੇ ਵੀ ਜਪ ਤਪ ਹੈ, ਗਿਆਨ ਹੈ, ਧਿਆਨ ਹੈ, ਖਟ ਸ਼ਾਸਤਰ ਸਿਮਰਤ ਵਿਖਿਆਨ, ਜਿੰਨੇ ਵੀ 6 ਸ਼ਾਸਤਰ ਹੈ, ਸਿਮਰਤੀਆਂ ਹੈ, ਉਹਨਾਂ ਦੇ ਵਿਖਿਆਨ ਹੁੰਦੇ। ਯੋਗ ਅਭਿਆਸ ਕਰਮ ਧਰਮ ਕਿਰਿਆ। ਯੋਗਾ ਕਰਨਾ, ਕਰਮ ਧਰਮ ਕਰਨੇ, ਕਿਰਿਆ ਕਰਨੀਆਂ ਹੋਰ ਵਿਸ਼ੇਸ਼ ਧਰਮ ਦੇ ਨਾਂ 'ਤੇ। ਸਗਲ ਤਿਆਗ ਬਨ ਮਦੇ ਫਿਰਿਆ। ਸਭ ਕੁਝ ਛੱਡ ਕੇ ਬਨਾਂ ਵਿੱਚ ਫਿਰਨ ਲੱਗ ਪਿਆ, ਤਿਆਗ ਗਿਆ ਦੁਨੀਆ ਨੂੰ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਬੜੇ ਯਤਨ ਕਰੇ ਰੱਬ ਨੂੰ ਪਾਉਣ ਦੇ। ਪੁੰਨ ਦਾਨ ਹੋਮੇ ਬਹੁ ਰਤਨਾ। ਬੜੇ ਪੁੰਨ ਦਾਨ ਕਰੇ, ਘਿਓ ਵਗੈਰਾ ਦਾ ਹੋਮ ਜੱਗ ਕਰਿਆ, ਅਗਨੀ ਦੇ ਵਿੱਚ ਘਿਓ ਪਾਏ। ਸਰੀਰ ਕਟਾਏ ਹੋਮੈ ਕਰ ਰਾਤੀ। ਹੋਮਾ ਹੁੰਦਾ ਹੈ ਹਵਨ ਕਰਨਾ, ਘਿਓ ਪਾਉਣਾ ਅੱਗ ਦੇ ਵਿੱਚ। ਹਉਮੈ ਹੁੰਦੀ ਹੈ ਈਗੋ, ਦੋਹਾਂ 'ਚ ਫਰਕ ਹੈ।
ਸਰੀਰ ਵੀ ਕਟਾ ਦਿੱਤਾ। ਬਨਾਰਸ ਵਿੱਚ ਲੋਕ ਆਰਾ ਫਰਾਉਂਦੇ ਹੁੰਦੇ ਸੀਗੇ ਆਪਣੇ ਸਿਰ ਦੇ ਉੱਪਰ, ਸਿਰ ਕਰਵਤ ਧਰਾਏ। ਔਰ ਹੋਮੈ ਵੀ ਕਰੇ, ਯਾਨੀ ਪੁੰਨਦਾਨ ਦੇ ਨਾਲ ਨਾਲ ਘਿਓ ਵੀ ਅੱਗ 'ਚ ਪਾਏ। ਵਰਤ ਨੇਮ ਕਰੇ ਬਹੁ ਭਾਂਤੀ, ਬਹੁਤ ਕਿਸਮ ਦੇ ਵਰਤ ਵਗੈਰਾ ਵੀ ਰੱਖੇ। ਵਰਤਾਂ ਦਾ ਜ਼ਿਕਰ ਪਹਿਲਾਂ ਵੀ ਕਈ ਵਾਰ ਆ ਲਿਆ। ਨੇਮ ਬਹੁਤ ਕਰੇ, ਜਿਹੋ ਜਿਹਾ ਨੇਮ ਭਾਈ ਕੌਰ ਜੀ ਕਰ ਰਹੇ ਸੀਗੇ। ਨਹੀਂ ਤੁਲ ਰਾਮ ਨਾਮ ਵਿਚਾਰ, ਉਹ ਜੋ ਉੱਪਰ ਜੋ ਕੁਛ ਵੀ ਆਇਆ ਉਪਰੋਕਤ ਜਿੰਨੀਆਂ ਵੀ ਬਾਤਾਂ ਗੁਰੂ ਪਾਤਸ਼ਾਹ ਨੇ ਫਰਮਾਈਆਂ ਹੈ, ਦੁਨੀਆ ਜੋ ਕਰਦੀ ਹੈ, ਇਹ ਸਾਰੀਆਂ ਹੀ ਨਾਮ ਦੇ ਬਰਾਬਰ ਨਹੀਂ ਆ ਸਕਦੀ। ਨਾਮ ਇੱਕ ਅੱਖਰ ਇੱਕ ਸੈਕਿੰਡ ਵਾਸਤੇ, ਤੇ ਬਾਕੀ ਸਾਰਾ ਕੁਝ ਸਾਰੀ ਉਮਰ ਵਾਸਤੇ ਵੀ ਹੋਵੇ ਤਾਂ ਵੀ ਨਾਮ ਦੇ ਬਰਾਬਰ ਨਹੀਂ ਆ ਸਕਦੇ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਪਾਤਸ਼ਾਹ ਫਰਮਾ ਰਹੇ ਪੰਚਮ ਬਈ ਜੇ ਗੁਰਮੁਖ ਹੋ ਕੇ, ਗੁਰੂ ਦੇ ਰਾਹੀਂ ਹੋ ਕੇ, ਗੁਰੂ ਅਨੁਸਾਰੀ ਹੋ ਕੇ, ਗੁਰੂ ਵੱਲ ਮੁੱਖ ਕਰਕੇ ਇੱਕ ਵਾਰ ਵੀ ਨਾਮ ਜਪ ਲਈਏ ਤਾਂ ਆ ਉੱਪਰ ਜੋ ਕੁਝ ਵੀ ਲਿਖਿਆ ਹੈ, ਸੰਸਾਰ ਕਰ ਰਿਹਾ ਹੈ, ਉਹ ਇਹਦੇ ਬਰਾਬਰ ਨਹੀਂ ਆ ਸਕਦਾ। ਇੱਕ ਸਾਖੀ ਵੀ ਆਉਂਦੀ ਹੈ ਬਈ ਜਦੋਂ ਲਈ ਜਾ ਰਹੇ ਸੀ ਨਾ ਉਸ ਰਿਸ਼ੀ ਨੂੰ, ਇਹਦਾ ਨਾਂ ਦੱਸਰਾ ਕਈ ਵਾਰ ਭੁੱਲ ਜਾਂਦਾ, ਆ ਜਾਂਦਾ ਯਾਦ। ਉਹ ਸਵਰਗ ਦੇ ਵਿੱਚ ਦੀ ਨਹੀਂ ਲੈ ਕੇ ਗਏ ਉਹਨੂੰ, ਕੋਈ ਗੁਨਾਹ ਸੀ, ਇਹ ਮਿਥਿਆਸ ਹੈ। ਉਹਨੂੰ ਨਰਕਾਂ ਦੇ ਵਿੱਚ ਦੀ ਲੈ ਕੇ ਗਏ, ਜਿਹਨੂੰ ਗੁਰਮੁਖ ਮਾਇਆ ਵਿੱਚ ਉਦਾਸੀ ਵੀ ਗੁਰਬਾਣੀ ਨੇ, ਭਾਈ ਗੁਰਦਾਸ ਜੀ ਨੇ ਫਰਮਾਇਆ। ਤਾਂ ਉਹ ਫਿਰ ਨਰਕਾਂ ਦੇ ਵਿੱਚ ਦੇਖ ਕੇ ਜੀਵਾਂ ਦਾ ਹੋ ਹੱਲਾ, ਰੋਣਾ ਕੁਰਲਾਉਣਾ, ਕਿਉਂਕਿ ਨਰਕਾਂ ਦਾ ਜੋ ਹਾਲ ਹੁੰਦਾ, ਉਹਦਾ ਮਨ ਪਸੀਜ ਗਿਆ, ਉੱਥੇ ਬੈਠ ਗਿਆ। ਉੱਥੇ ਬੈਠਣ ਕਰਕੇ ਫਿਰ ਧਰਮਰਾਜ ਦੀ ਕੁਰਸੀ ਹਿੱਲੀ ਵੀ ਇੱਕ ਮਹਾਂਪੁਰਸ਼ ਸਤੋਗੁਣੀ ਚੌਥੇ ਗੁਣ ਵਾਲਾ ਨਰਕ ਵਿੱਚ ਬੈਠਾ। ਧਰਮਰਾਜ ਆਇਆ, ਹੱਥ ਜੋੜ ਕੇ ਪੁੱਛਿਆ ਵੀ ਮਹਾਰਾਜ ਕਿਆ ਬਾਤ, ਤੁਹਾਡਾ ਤਾਂ ਉਰੇ ਨੂੰ ਸਿਰਫ ਲੰਘਣਾ ਸੀਗਾ। ਵੈਸੇ ਤਾਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਖਾਤਰ ਸੂਰਜ ਦਾ ਰਸਤਾ ਹੁੰਦਾ, ਪਰ ਤੁਸੀਂ ਚੰਦਰਮਾ ਦੇ ਰਸਤੇ ਤੇ ਇਸ ਕਰਕੇ ਆਏ ਵੀ ਇੱਕ ਅੱਧੀ ਕੋਈ ਅਵੱਗਿਆ ਹੋਈ ਸੀ ਤੁਹਾਤੋਂ, ਪਰ ਤੁਸੀਂ ਇੱਥੇ ਨਾ ਬੈਠੋ। ਪਰ ਫਿਰ ਵੀ ਉਹ ਬੈਠ ਗਏ। ਕਹਿੰਦੇ ਫਿਰ ਚੰਗਾ ਐਂ ਕਰੋ, ਇਹਨਾਂ ਸਾਰਿਆਂ ਨੂੰ ਛੱਡੋ, ਜਿੰਨੇ ਪਾਪੀ ਇਹਨਾਂ ਨੇ ਬਹੁਤ ਬਹੁਤ ਪਾਪ ਕਰੇ ਹੋਏ, ਨਰਕ ਭਰਿਆ ਪਿਆ, ਇਹਨਾਂ ਨੂੰ ਛੱਡੋ। ਕਹਿੰਦੇ ਜੀ ਇਹ ਤਾਂ ਹੁਕਮ ਨਹੀਂ ਹੈ ਪਰਮਾਤਮਾ ਦਾ, ਮੈਨੂੰ ਧਰਮਰਾਜ ਕਹਿੰਦਾ। ਕਹਿੰਦੇ ਮੈਨੂੰ ਨਹੀਂ ਪਤਾ, ਛੱਡੋ ਇਹਨਾਂ ਨੂੰ, ਮੈਂ ਤਾਂ ਜਾਊਂਗਾ ਇੱਥੋਂ। ਚੰਗਾ, ਕਹਿੰਦੇ ਫਿਰ ਇੱਕ ਪ੍ਰੋਵੀਜ਼ਨ ਹੈ ਆਪਣੇ ਕੋਲ ਵੀ ਤੁਸੀਂ ਆਪਣੇ ਜਿਹੜਾ ਤੁਸੀਂ ਨਾਮ ਹੈ ਤੁਹਾਡੇ ਅੰਦਰ, ਉਹਦਾ ਇੱਕ ਕਿਣਕਾ ਦੇ ਦਿਓ, ਫਿਰ ਇਹਨਾਂ ਸਾਰਿਆਂ ਦੀ ਖਲਾਸੀ ਹੋ ਸਕਦੀ ਹੈ। ਇੱਥੋਂ ਆਪਾਂ ਨੇ ਗਿਆਨ ਲੈਣਾ ਹੈ, ਮਿਥਿਆਸ ਪਰ ਗਿਆਨ ਦੀ ਬਾਤ ਹੈ। ਤੋ ਇੱਕ ਕਿਣਕਾ ਰੱਖਿਆ ਨਾਮ ਦਾ, ਔਰ ਸਾਰਿਆਂ ਦਾ ਖੁਲਾਸਾ ਕਰਾਇਆ ਉੱਥੋਂ ਨਰਕ ਦੇ ਵਿੱਚੋਂ, ਜਿੰਨੇ ਵੀ ਪਾਪੀ ਸੀਗੇ। ਤੋ ਕਿਆ ਸੰਕੇਤ ਹੈ ਵੀ ਨਾਮ ਸਭ ਤੋਂ ਉੱਚਾ ਹੈ। ਨਾਮ ਰਾਖ ਕਰ ਦਿੰਦਾ ਜਿੰਨੇ ਵੀ ਪਾਪ ਬੰਦਾ ਕਰਦਾ ਹੈ। ਇਸ ਕਰਕੇ ਗੁਰੂ ਮਹਾਰਾਜ ਪੰਚਮ ਇਹੀ ਬਾਰ-ਬਾਰ ਫਰਮਾ ਰਹੇ, ਸਾਰੀ ਬਾਣੀ 'ਚ ਵੀ ਇਹੀ ਬਾਤ ਆਉਂਦੀ ਹੈ ਬਾਰ-ਬਾਰ ਵੀ ਇੱਕ ਵਾਰੀ ਵੀ ਨਾਮ ਜਪ ਲਓ, ਸਭ ਦਾ ਆਧਾਰ ਹੋ ਜਾਊਗਾ। ਹੁਣ ਇੱਕ ਵਾਰ ਨਾਮ ਜਪਣਾ, ਸਵਾਲ ਆ ਜਾਂਦਾ ਵੀ ਆਪਾਂ ਤਾਂ ਬਹੁਤ ਵਾਰ ਜਪਦੇ ਹਾਂ। ਨਹੀਂ ਭਾਈ, ਹਉਮੈ ਟੁੱਟਣ ਤੋਂ ਬਾਅਦ ਇੱਕ ਸੈਕਿੰਡ ਵੀ ਕੋਈ ਜਪ ਲੂਗਾ, ਇੱਕ ਛਿਨ ਵਾਸਤੇ ਵੀ, ਉਹ ਸਾਰੀ ਉਮਰ ਖਾਤਰ ਜਪੂਗਾ, ਕਿਉਂਕਿ ਹਉਮੈ ਤਾਂ ਟੁੱਟਦੀ ਉਹ ਨਹੀਂ ਹੈ। ਆ ਇਹਦੇ 'ਚ ਨੁਕਤਾ ਹੈ। ਇੱਕ ਵਾਰੀ ਕਿਸੇ ਫੌਜੀ ਨੇ ਵੀ ਪੁੱਛਿਆ ਸੀ ਦਾਸ ਨੂੰ, ਪਹਿਲਾਂ ਵੀ ਸ਼ਾਇਦ ਕੱਲ ਆਈ ਹੈ ਸੰਗਤ ਵਿੱਚ, ਵੀ ਅਸੀਂ ਤਾਂ ਜੀ ਬਹੁਤ ਵਾਰੀ ਵਾਹਿਗੁਰੂ ਕਹਿੰਦੇ, ਫਿਰ ਸਾਡਾ ਤਾਂ ਕੱਟ ਗਏ ਹੋਣਗੇ ਸਾਰੇ ਦੁੱਖ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਹਉਮੈ ਤਾਂ ਆਪਣੀ ਸਗੋਂ ਨਾਮ ਪੜ੍ਹ ਕੇ, ਸੁਣ ਕੇ, ਗੁਰਬਾਣੀ ਪੜ੍ਹ ਸੁਣ ਕੇ ਹੋਰ ਵਧਾ ਲੈਂਦੇ ਆਪਾਂ ਵੀ ਮੈਨੂੰ ਹੁਣ ਬੜਾ ਗਿਆਨ ਹੋ ਗਿਆ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਦੋਂ ਹਉਮੈ ਤੋੜਨੀ ਹੈ ਗੁਰੂ ਨੇ, ਤਾਂ ਇੱਕ ਵਾਰ ਜਿਹਦੀ ਟੁੱਟ ਗਈ ਉਹਦੀ ਸਦਾ ਵਾਸਤੇ ਟੁੱਟ ਗਈ, ਨਹੀਂ ਟੁੱਟਦੀ ਉਹ ਨਹੀਂ। ਤੋ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਜਾਏਗਾ ਉਸ ਅਵਸਥਾ 'ਚ, ਉਹ ਸਦਾ ਵਾਸਤੇ ਹੋ ਜਾਊਗਾ, ਉਹਦਾ ਆਧਾਰ ਹੋ ਜਾਂਦਾ ਹੁੰਦਾ। ਅੱਗੇ ਚੱਲ ਕੇ ਜ਼ਿਕਰ ਆ ਰਿਹਾ ਹੈ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਜੇ ਸਾਰੇ ਧਰਤੀ ਦੇ 9 ਖੰਡਾਂ ਦੇ ਵਿੱਚ ਵੀ ਬੰਦਾ ਤੁਰੇ ਫਿਰੇ ਔਰ ਚਿਰੰਜੀਵੀ ਬਣ ਜੇ, ਚਿਰੰਜੀਵੀ ਹੈ ਕਈ ਹਿੰਦੂ ਮਿਥਿਹਾਸ 'ਚ ਕਰਾਉਂਦਾ, ਜਿਨ੍ਹਾਂ 'ਚੋਂ ਹਨੂੰਮਾਨ ਜੀ ਵੀ ਇੱਕ ਹੈ, ਪਰਸ਼ੁਰਾਮ ਵੀ ਹੈ, ਜਿਨ੍ਹਾਂ ਦੀ ਲੱਖਾਂ ਹੀ ਸਾਲ ਉਮਰ ਕਲਪਤ ਕਰੀ ਜਾਂਦੀ ਹੈ। ਉਹ ਭਾਈ ਜੇ ਚਿਰਜੀਵੀ ਵੀ ਬਣ ਗਿਆ, ਕਿਆ ਖਾਸ ਗੱਲ ਹੈ, ਇਹ ਤਾਂ ਦੁਨੀਆਦਾਰੀ ਹੈ। ਦੇਖੋ ਗੁਰਬਾਣੀ ਦਾ ਕਿੰਨਾ ਕਲੀਅਰ ਨੁਕਤਾ ਹੈ ਨਾਮ ਬਾਰੇ। ਮਹਾ ਉਦਾਸ ਤਪੀਸਰ ਥੀਵੈ,
ਉਦਾਸੀ ਬਣ ਜਾਏ, ਤਪੀਆ ਬਣ ਜਾਏ ਬਹੁਤ ਭਾਰੀ, ਅਗਨ ਮਾਹੇ ਹੋਮਤ ਪ੍ਰਾਨ, ਅੱਗ ਦੇ ਵਿੱਚ ਆਪਣੇ ਪ੍ਰਾਣ ਵੀ ਦੇ ਦੇਵੇ। ਅਨੇਕ ਅਸਵ ਹੈਬਰ ਭੂਮਦਾਨ, ਕਨਕ ਅਸਵ ਹੈਬਰ ਭੂਮਦਾਨ, ਸੋਨਾ, ਘੋੜੇ, ਹਾਥੀ, ਭੂਮੀ, ਇਹਨਾਂ ਦਾ ਦਾਨ ਵੀ ਕਰ ਦੇਵੇ। ਜਿਹਨੂੰ ਆਪਾਂ ਲੋਕ ਬਹੁਤ ਬੜਾ ਸਮਝਦੇ ਹਾਂ ਵੀ ਦਾਨੀ ਹੈ ਜੀ, ਕਿਉਂਕਿ ਪੰਡਤ ਨੇ ਦਾਨੀ ਨੂੰ ਬੜਾ ਕਰਿਆ ਹੋਇਆ, ਗੁਰਬਾਣੀ ਨੇ ਦਾਨੀ ਨੂੰ ਬੜਾ ਨਹੀਂ ਕਰਿਆ। ਦਾਨੀ ਨੂੰ ਤਾਂ ਸਗੋਂ ਦਰਗਾਹ ਵਿੱਚ ਮਾਰ ਪੈਂਦੀ ਹੈ ਜੇ ਉਹ ਇਹ ਸਮਝਦਾ ਵੀ ਮੈਂ ਦਾਨੀ ਹੈ। ਭਾਵਨਾ ਹੈ, ਜੇ ਸੇਵਾ ਸਮਝ ਕੇ ਕਰ ਰਿਹਾ ਤਾਂ ਬਹੁਤ ਉੱਤਮ ਹੈ, ਪਰ ਜੇ ਦਾਨੀ ਸਮਝ ਰਿਹਾ ਤਾਂ ਬਹੁਤ ਮਾੜੀ ਗੱਲ ਹੈ। ਜਿੰਨੀ ਨਿਖੇਧੀ ਗੁਰਬਾਣੀ 'ਚ ਦਾਨੀ ਬੰਦੇ ਦੀ ਆਉਂਦੀ, ਇੰਨੀ ਕਿਸੇ ਦੀ ਨਹੀਂ ਆਉਂਦੀ, ਕਿਉਂਕਿ ਹਉਮੈ 'ਚੋਂ ਦਾਨ ਹੁੰਦਾ, ਆਪਣੇ ਆਪ ਨੂੰ ਬੜਾ ਕਰਨ ਖਾਤਰ ਹੁੰਦਾ, ਦੂਜਿਆਂ ਨੂੰ ਛੋਟਾ ਸਮਝ ਕੇ ਦਿੱਤਾ ਜਾਂਦਾ। ਨਿਉਲੀ ਕਰਮ ਕਰੈ ਬਹੁ ਆਸਨ, ਨਿਉਲੀ ਕਰਮ ਇੱਕ ਯੋਗ ਧਰਮ ਦਾ ਆਸਣ ਹੁੰਦਾ, ਜਿਹਦੇ ਜਿੱਕਣ ਨਾ ਨਿਉਲਾ ਹੇਠਲੇ ਦੋਹਾਂ ਪੈਰਾਂ ਦੇ ਉੱਤੇ ਖੜਾ ਹੋ ਕੇ ਉੱਪਰ ਨੂੰ ਮੂੰਹ ਚੱਕ ਕੇ ਦੇਖਦਾ ਹੁੰਦਾ ਜਦ ਰਸਤਾ ਪਾਰ ਕਰਨਾ ਉਹਨੇ। ਇਸ ਤਰ੍ਹਾਂ ਦਾ ਇੱਕ ਆਸਣ ਹੈ ਯੋਗਾ ਦਾ, ਜੇ ਉਹ ਵੀ ਕਰਦਾ ਹੋਵੇ। ਜੈਨ ਮਾਰਗ ਸੰਜਮ ਅਤ ਸਾਧਨ, ਜੈਨੀਆਂ ਵਾਲਾ ਮਾਰਗ ਬੜਾ ਕਠਿਨ, ਸੰਜਮ ਵਾਲਾ, ਨਚਕੂੰਡੀ ਨਾਲ ਵਾਲ ਪੱਟਣੇ, ਨੰਗੇ ਪੈਰੀ ਤੁਰਨਾ, ਮੂੰਹ ਪਰ ਕੱਪੜਾ ਬੰਨ੍ਹ ਕੇ ਰੱਖਣਾ ਵੀ ਜੀਵ ਹੱਤਿਆ ਨਾ ਹੋ ਜਾਏ। ਜੇ ਅਜਿਹਾ ਵੀ ਕੁਛ ਕਰਦਾ ਹੋਵੇ। ਨਿਮਕ ਨਿਮਕ ਕਰ ਸਰੀਰ ਘਟਾਵੇ, ਭੋਰਾ ਭੋਰਾ ਕਰਕੇ ਸਰੀਰ ਨੂੰ ਕਟਾ ਦੇਵੇ, ਤਾਂ ਵੀ ਹਉਮੈ ਮੈਲ ਨਾ ਜਾਵੇ। ਹਉਮੈ ਦੀ ਮੈਲ ਤਾਂ ਵੀ ਨਹੀਂ ਜਾਂਦੀ, ਕਿਉਂਕਿ ਇਹ ਸੰਸਾਰੀ ਕਰਮ ਹੈ, ਇਹ ਨਾਮ ਦੇ ਵਿੱਚ ਭਿੱਜ ਕੇ ਨਹੀਂ ਹੋਇਆ ਕੋਈ ਵੀ ਇਹਨਾਂ 'ਚੋਂ। ਹਰ ਕੇ ਨਾਮ ਸਮਸਰ ਕਛ ਨਾ ਹੈ, ਹਰੀ ਦੇ ਨਾਮ ਦੇ ਬਰਾਬਰ ਇਹ ਕੁਛ ਵੀ ਨਹੀਂ ਹੈ ਜੋ ਉੱਪਰ ਜ਼ਿਕਰ ਆ ਰਿਹਾ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਜੇ ਗਤ ਪਾਉਣੀ ਹੈ, ਇਸ ਭਵਜਲ ਨੂੰ ਪਾਰ ਲੰਘਣਾ ਹੈ, ਪਰਮਾਤਮਾ ਦੇ ਨਾਲ ਇੱਕ ਮਿਕਤਾ ਕਰਨੀ ਹੈ, ਤਾਂ ਗੁਰੂ ਦੇ ਰਾਹੀਂ ਨਾਮ ਜਪਣਾ ਪੈਣਾ ਹੈ। ਇਹ ਜਿਹੜਾ ਗੁਰਮੁਖ ਆ, ਗੁਰੂ ਸ਼ਬਦ ਬਾਰ-ਬਾਰ ਆ ਰਿਹਾ ਵੀ ਨਾਮ ਗੁਰੂ ਦੇ ਰਾਹੀਂ ਜਪੋ, ਇਹਦੇ ਪਿੱਛੇ ਇਹੀ ਘੁੰਡੀ ਹੈ ਵੀ ਆਪਣੀ ਹਉਮੈ ਤੜਾਓ, ਗੁਰੂ ਨੂੰ ਕਹਿ ਕੇ ਬੇਨਤੀਆਂ ਕਰਕੇ। ਜਿੰਨਾ ਚਿਰ ਹਉਮੈ ਨਹੀਂ ਟੁੱਟਦੀ, ਜੋ ਮਰਜ਼ੀ ਕਰ ਲਓ ਤ੍ਰੈ ਗੁਣਾ 'ਚ, ਨਹੀਂ ਪਾਰ ਲੱਗੇਗਾ ਬੰਦਾ। ਅੱਗੇ ਹੈ ਮਨ ਕਾਮਨਾ ਤੀਰਥ ਦੇ ਛੁੱਟੈ, ਮਨ ਵਿੱਚ ਇਹ ਕਾਮਨਾ ਹੋਵੇ ਵੀ ਮੇਰੀ ਦੇਹ ਤੀਰਥ ਪਰ ਜਾ ਕੇ ਛੁੱਟੈ। ਬਨਾਰਸ ਵਗੈਰਾ ਨੂੰ ਲੋਕ ਕਾਸ਼ੀ ਨੂੰ ਸਮਝਦੇ ਸੀਗੇ ਵੀ ਜਿਹੜਾ ਉੱਥੇ ਦੇਹ ਛੱਡੂਗਾ ਉਹਨੂੰ ਸੁਰਗ ਮਿਲੂਗਾ, ਅਤੇ ਜਿਹੜਾ ਮਗਰ ਦੀ ਧਰਤੀ 'ਤੇ ਜਾ ਕੇ ਮਰੂਗਾ ਉਹ ਖੋਤੇ ਦੀ ਜੂਨ 'ਚ ਪਊਗਾ। ਇਹ ਸਾਰੇ ਅੰਧ ਵਿਸ਼ਵਾਸ ਹੈ, ਗਲਤ ਬਿਆਨੀਆਂ। ਕਬੀਰ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ, ਸਾਰੀ ਉਮਰ ਸਗਲ ਜਨਮ ਸੇ ਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ। ਅੰਤ ਦੇ ਸਮੇਂ ਛੱਡ ਕੇ ਕਾਸ਼ੀ ਨੂੰ ਮਗਰ ਦੀ ਧਰਤੀ ਪਰ ਆ ਗਏ, ਔਰ ਲੋਕਾਂ ਨੂੰ ਹੋਕਾ ਦਿੱਤਾ ਵੀ ਦੇਖੋ ਮੈਂ ਤਾਂ ਮੇਰਾ ਪਰਿਵਾਰ ਵੀ ਜਾ ਰਿਹਾ ਪਰਮਾਤਮਾ ਦੇ ਚਰਨਾਂ 'ਚ, ਲੋਕੋ ਕਿਉਂ ਭੁੱਲੇ ਹੋਏ ਆ। ਗਰਭ ਗੁਮਾਨ ਨਾ ਮਨ ਤੇ ਹੁੱਟੈ, ਨਹੀਂ ਮਨ ਤੇ ਗੁਮਾਨ ਜਾਂਦਾ, ਜੋ ਮਰਜ਼ੀ ਕਰੀ ਜਾਓ। ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜਿੰਨੀਆਂ ਮਰਜ਼ੀ ਸੁਚਮਾ ਕਰੀ ਜਾਵੇ, ਤੀਰਥ ਇਸ਼ਨਾਨ ਕਰੀ ਜਾਵੇ, ਦਿਨ ਰਾਤ ਨਹਾਈ ਜਾਵੇ, ਧੋਈ ਜਾਵੇ, ਮਨ ਦੀ ਮੈਲ ਤਨ ਦੇ ਧੋਣ ਨਾਲ ਨਹੀਂ ਜਾਂਦੀ ਭਾਈ। ਮਨ ਨੂੰ ਧੋਣ ਖਾਤਰ ਕੇਵਲ ਨਾਮ ਗੁਰਬਾਣੀ, ਹੋਰ ਕੁਛ ਨਹੀਂ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਿਸੇ ਕਰਮ ਵਿਸ਼ੇਸ਼ ਨਾਲ ਨਹੀਂ ਮਨ ਧੋਤਾ ਜਾਂਦਾ, ਨਾਮ ਨਾਲ ਧੋਤਾ ਜਾਣਾ। ਨਾਮ ਦੇ ਵਿੱਚੋਂ ਹੀ ਫਿਰ ਸੇਵਾ ਨਿਕਲਦੀ ਹੈ, ਉਹ ਬਹੁਤ ਉੱਤਮ ਹੈ। ਜੇ ਬਿਨਾਂ ਨਾਮ ਤੋਂ ਸੇਵਾ ਕਰਦਾ ਬੰਦਾ, ਉਹ ਸਗੋਂ ਹੋਰ ਮੈਲ ਲਾ ਕੇ ਬਹਿ ਜਾਂਦਾ। ਜੇ ਤਾਂ ਮਨ 'ਚ ਇਹ ਹੋਵੇ ਵੀ ਮੈਂ ਸੇਵਾ ਦੇ ਰਾਹੀਂ ਮੇਰੇ ਅੰਦਰ ਮਹਾਰਾਜ ਨਾਮ ਦੇ ਦੇ, ਫਿਰ ਤਾਂ ਠੀਕ ਹੈ, ਕਿਉਂਕਿ ਦਿਸ਼ਾ ਸਹੀ ਹੋਣੀ ਚਾਹੀਦੀ ਹੈ ਬੰਦੇ ਦੀ। ਜੇ ਸੇਵਾ ਕਰਕੇ ਹਉਮੈ ਵਧਾਉਣੀ ਚਾਹੁੰਦਾ ਵੀ ਮੈਨੂੰ ਪ੍ਰਧਾਨਗੀ ਮਿਲ ਜੂਗੀ ਗੁਰਦੁਆਰੇ ਦੀ, ਫਿਰ ਉਹ ਠੀਕ ਨਹੀਂ ਹੈ। ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਇਸ ਦੇਹੀ ਵਾਸਤੇ ਬੜੀਆਂ ਸਾਧਨਾ ਕਰਦਾ ਹੈ, ਕਠਨ ਤੋਂ ਕਠਨ। ਮਨ ਤੇ ਕਬੂ ਨਾ ਵਿਖਿਆ ਟਰੈ, ਮਨ ਵਿੱਚ ਵਿਖਿਆ ਉਵੇਂ ਹੀ ਰਹਿੰਦੀ ਹੈ। ਬੈਠਾ ਹੈ ਕੰਦਰਾਂ 'ਚ ਹਿਮਾਲਿਆ ਦੀਆਂ 'ਚ, 7 ਸਮੁੰਦਰ ਪਾਰ, ਮਨ ਵਿੱਚ ਉਸੇ ਸੰਸਾਰ ਦੇ ਸੁਪਨੇ ਆ ਰਹੇ ਨੇ। ਰੋਟੀ ਮੰਗਣ ਖਾਤਰ ਫੇਰ ਸੰਸਾਰੀਆਂ ਦੇ ਦਰ 'ਤੇ ਹੀ ਆ ਰਿਹਾ, ਕਦੇ ਵੀ ਮਨ 'ਚੋਂ ਵਿਖਿਆ ਨਹੀਂ ਜਾਂਦੀ। ਗੱਲ ਮਨ 'ਚੋਂ ਵਿਖਿਆ ਕੱਢਣ ਦੀ ਹੈ, ਨਾ ਕਿ ਸਰੀਰ ਨੂੰ ਕੋਈ ਕਸ਼ਟ ਦੇਣ ਦੀ ਹੈ। ਜਲ ਧੋਵੈ ਬਹੁ ਦੇਹ ਅਨੀਤ, ਇਹ ਨਾ ਰਹਿਣ ਵਾਲਾ ਜਿਹੜੇ ਦੇਹ ਹੈ, ਇਸ ਨੂੰ ਜਲ ਨਾਲ ਬਹੁਤ ਧੋਂਦਾ। ਸੁੱਧ ਕਹਾਂ ਹੋਏ ਕਾਚੀ ਭੀਤ, ਭੀਤ ਕੰਧ। ਇਹ ਕੱਚੀ ਕੰਧ ਕਿਵੇਂ ਸੁੱਧ ਹੋ ਜੂਗੀ? ਕੱਚੀ ਕੰਧ ਨੂੰ ਜਿੰਨਾ ਮਰਜ਼ੀ ਧੋਈ ਜਾਓ, ਉਹਨੇ ਮੈਲੀ ਹੋ ਰਹਿਣਾ, ਕਿਉਂਕਿ ਮਿੱਟੀ ਦੀ ਹੁੰਦੀ ਹੈ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਉਹ ਮਨਾ
ਹਰੀ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਨਾਮ ਦੇ ਨਾਲ ਪਾਤਸ਼ਾਹ ਫਰਮਾਉਂਦੇ ਹੈ ਬਹੁਤ ਸਾਰੇ ਪਤਿਤ ਗਿਰ ਚੁੱਕੇ ਦਾ ਵੀ ਉਧਾਰ ਹੋ ਜਾਂਦਾ ਹੈ। ਗੁਰਬਾਣੀ ਦਾ ਇਹ ਇੱਕ ਅਟੱਲ ਵਿਸ਼ਵਾਸ ਹੈ, ਸਾਡੇ ਵਾਸਤੇ ਦੱਸਿਆ ਹੋਇਆ ਹੈ ਬਈ ਕਿੱਡਾ ਹੀ ਪਾਪੀ ਹੋਵੇ ਬੰਦਾ, ਉਹ ਪਾਪ ਕੱਟ ਸਕਦੇ ਆ ਜੇ ਬੰਦੇ ਦੇ ਮਨ ਵਿੱਚ ਨਾਮ ਵੱਜੇ। ਨਾਮ ਕਦੋਂ ਵਸੂਗਾ? ਜਦੋਂ ਹਉਮੈ ਟੁੱਟੂਗੀ। ਹਉਮੈ ਕਦੋਂ ਖਿਆਲ ਹੋਣਾ? ਜਦੋਂ ਸਮਝੂਗਾ ਬੰਦਾ ਵੀ ਮੈਂ ਗਲਤ ਹਾਂ, ਮਹਾਰਾਜ ਮੈਂ ਤਾਂ ਸਾਰੀ ਉਮਰੇ ਗਲਤੀ 'ਚ ਲੰਘਾਤੀ, ਹੁਣ ਬਖਸ਼ ਦੇ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ ਫੇਰਾ। ਇਹ ਸਾਰਾ ਕੁਛ ਜੇ ਬੰਦਾ ਸੰਸਾਰੀ ਤੌਰ ਪਰ ਜੋ ਉੱਪਰ ਦੱਸਿਆ ਹੋਇਆ ਕਰਦਾ ਹੈ, ਨਹੀਂ ਕੁਛ ਵੀ ਪ੍ਰਾਪਤੀ ਹੋਣੀ। ਇਹਦੇ ਵਿੱਚ ਅਜਾ ਇੱਕ ਸ਼ਬਦ ਹੋਰ ਨਹੀਂ ਆਇਆ। ਪੰਚਮ ਪਾਤਸ਼ਾਹ ਨੇ ਕਿਤੇ ਹੋਰ ਜਗ੍ਹਾ ਬਾਣੀ 'ਚ ਲਿਖਿਆ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬੰਧੇ। ਪਾਠ ਬਹੁਤ ਕਰਦਾ ਹੈ, ਵੇਦਾਂ ਦੀਆਂ ਬੜੀਆਂ ਵਿਚਾਰਾਂ ਕਰਦਾ ਹੈ, ਪਰ ਸਗੋਂ ਹੋਰ ਮੈਲ ਲਾਈ ਜਾਂਦਾ। ਪੰਜ ਜਨ, ਦੇਖੋ ਇੱਥੇ ਜਨ ਸ਼ਬਦ ਇਹਨਾਂ ਪੰਜਾਂ ਖਾਤਰ ਆਇਆ, ਹਾਲਾਂਕਿ ਇਹ ਕਮਾਦਕ ਹੈ, ਬੁਰੇ ਹੈ। ਜਨ ਵੈਸੇ ਤਾਂ ਬਹੁਤ ਅੱਛਾ ਸ਼ਬਦ ਹੈ, ਪਰ ਅਲੱਗ-ਅਲੱਗ ਪ੍ਰਸੰਗਾਂ 'ਚ ਗੁਰਬਾਣੀ 'ਚ ਹਰ ਇੱਕ ਸ਼ਬਦ ਵਰਤਿਆ ਜਾਂਦਾ। ਤੋ ਪੰਜਾਂ ਦਾ ਸਾਥ ਫੇਰ ਵੀ ਨਹੀਂ ਛੁੱਟਦਾ ਪਾਠ ਕਰਨ ਨਾਲ। ਕਿਵੇਂ ਕਦੋਂ ਛੁੱਟੂ, ਕਿਵੇਂ ਛੁੱਟੂ? ਬਸ ਬੇਨਤੀ ਅਰਜ਼ੋਈ ਗੁਰੂ ਦੇ ਚਰਨਾਂ 'ਚ ਵੀ ਮੇਰੀ ਹਉਮੈ ਤੋੜ ਮਹਾਰਾਜ, ਮੈਂ ਤਾਂ ਭਰਿਆ ਪਿਆ। ਸਮਝ ਆ ਜਾਏ ਬੰਦੇ ਨੂੰ, ਹਉਮੈ ਬੁੱਝੈ ਤਾਂ ਦਰ ਸੂਝੈ। ਇੱਕੋ ਹੀ ਪੁਆਇੰਟ ਹੈ ਗੁਰਬਾਣੀ ਦਾ, ਗੁਰਮਤਿ ਦਾ, ਬਈ ਹਉਮੈ ਟੁੱਟ ਗਈ ਸਭ ਕੁਛ ਹੈ, ਨਹੀਂ ਕੁਛ ਵੀ ਪੱਲੇ ਨਹੀਂ ਹੈ। ਬਾਕੀ ਵਿਅਰਥ ਕਦੇ ਜਾਂਦਾ ਨਹੀਂ ਨਾਮ ਜਪਿਆ ਹੋਇਆ, ਗੁਰਬਾਣੀ ਪੜ੍ਹੀ ਹੋਈ, ਕਿਉਂਕਿ ਥੋੜ੍ਹਾ ਬਹੁਤਾ 2-4% ਤਾਂ ਨੰਬਰ ਮਿਲ ਹੀ ਜਾਂਦੇ ਆ। ਜਿਹੜਾ ਕੋਰਾ ਘੜਾ ਮੌਣ ਪਰ ਰੋਜ਼ ਰੱਖਿਆ ਜਾਂਦਾ, ਪਾਣੀ ਭਰਨ ਦੇ ਸਮੇਂ ਬੀਬੀਆਂ ਰੱਖਿਆ ਕਰਦੀਆਂ ਸੀ ਪੁਰਾਣੇ ਸਮੇਂ 'ਚ, ਉੱਥੇ ਡਗੂਨ ਪਈ ਜਾਂਦਾ ਹੈ, ਉਹ ਡੂੰਘਾ ਜਿਹਾ ਹੋ ਜਾਂਦੀ ਹੈ ਉਹ ਜਗ੍ਹਾ। ਦੇਖਿਆ ਦੱਸ ਰਹੇ ਨੇ ਸਾਡੇ ਪਿੰਡ ਤਾਂ ਖੂਹਾਂ ਤੋਂ ਪਾਣੀ ਬਹੁਤ ਚਿਰ ਤੱਕ, ਥੋੜ੍ਹਾ ਜਿਹਾ 40 ਕੁ ਸਾਲ ਤੇ ਪਹਿਲਾਂ ਕੱਢਦੇ ਰਹੇ, ਹੁਣ ਤਾਂ ਖੂਹ ਬੰਦ ਕਰ ਦਿੱਤੇ ਵੀ ਕੋਈ ਗਿਰੇ ਨਾ ਜਾਵੇ ਵਿੱਚ, ਕਿਉਂਕਿ ਮੋਟਰਾਂ ਹੋ ਗਈਆਂ, ਨਲਕੇ ਹੋ ਗਏ। ਸੋ ਜਿਹੜਾ ਵੀ ਬੰਦਾ ਨਾਮ ਨਾਲ ਜੁੜੂਗਾ, ਜੁੜ ਗਿਆ, ਉਹਦਾ ਆਧਾਰ ਨਿਸ਼ਚਿਤ ਹੈ। ਕੋਈ ਗਾਵੇ ਕੋ ਸੁਣੈ ਹਰਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਹੌਸਲਾ ਦਿੰਦੇ ਕਬੀਰ ਜੀ ਸਾਨੂੰ, ਬਈ ਅਖੀਰ ਨੂੰ ਪਰਮਗਤ ਮਿਲੂਗੀ, ਲੱਗੇ ਰਹੋ ਧਿਆਨ ਨਾਲ ਔਰ ਇੱਕ ਦਾ ਹੋ ਕੇ ਏਕੇ ਵਿੱਚ ਪੜ੍ਹਨ ਲੱਗ ਜਾਓ, ਗੁਰਬਾਣੀ ਨੂੰ ਗਾਉਣ ਲੱਗ ਜਾਓ, ਵਿਚਾਰਨ ਲੱਗ ਜਾਓ, ਨਾਮ ਦੀ ਪ੍ਰਾਪਤੀ ਵੀ ਹੋ ਜਾਣੀ ਹੈ। ਕਿਉਂਕਿ ਗੁਰਬਾਣੀ ਗੁਰੂ ਹੈ, ਗੁਰਬਾਣੀ ਨੇ ਬਖਸ਼ਿਸ਼ ਕਰਨੀ ਓ ਕਰਨੀ। ਜੇ ਸਾਧ ਸੰਗਤ ਜੀ ਆਪਾਂ ਇਹ ਸਮਝੀਏ ਵੀ ਅਸੀਂ ਹੁਣ ਬਾਣੀ ਪੜ੍ਹਦੇ ਹਾਂ ਸਾਡੇ ਤੇ ਬਖਸ਼ਿਸ਼ ਹੋ ਗਈ, ਠੀਕ ਹੈ, ਥੋੜ੍ਹੀ ਬਹੁਤ ਹੈ, ਕਿਉਂਕਿ ਨਾ ਨਾਲੋਂ ਚੰਗੀ ਗੱਲ ਹੈ, ਪਰ ਗੁਰਬਾਣੀ ਪੜ੍ਹ ਕੇ ਅੱਗੇ ਨਿਕਲਣਾ, ਚੱਲਣਾ। ਫਿਰ ਉਹੀ ਆਸ਼ਾ ਮਨ 'ਚ ਵੀ ਮਹਾਰਾਜ ਨਾਮ ਦੇ ਦੇ, ਨਾਮ ਦੇ ਦੇ, ਮੇਰੀ ਹਉਮੈ ਤੋੜ, ਕੱਢ ਮੇਰੇ ਅੰਦਰੋਂ, ਮੈਂ ਤਾਂ ਹਰ ਗੱਲ ਵਿੱਚ ਭਰਿਆ ਪਿਆ ਮੈਂ ਇਹਦੇ ਨਾਲ। ਜੇ ਸਮਝ ਆ ਜਾਏ ਇਸ ਗੱਲ ਦੀ ਤਾਂ ਅੰਤ ਪਰਮਗਤ ਪਾਏ, ਅੰਤ ਨੂੰ ਪਰਮਗਤੀ ਮਿਲੇਗੀ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।